Hello students, welcome in Classic Economics in Punjabi. Students, ਜੇਕਰ ਤੁਸੀਂ ਫਸਟ ਟਾਈਮ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲੇ। ਸਟੂਡੈਂਟਸ, ਅੱਜ ਦਾ ਜੋ ਟੌਪਿਕ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇੱਕ ਨਵਾਂ ਲੈਸਨ ਸ਼ੁਰੂ ਕਰ ਰਹੇ ਹਾਂ। ਲੈਸਨ ਦਾ ਨਾਮ ਹੈ ਇਕਨੋਮਿਕ ਪਲੈਨਿੰਗ ਇਨ ਇੰਡੀਆ, ਭਾਰਤ ਵਿੱਚ ਆਰਥਿਕ ਨਿਯੋਜਨ। ਇਹ ਜਿਹੜਾ ਲੈਕਚਰ ਹੈ ਇੱਕ ਬਹੁਤ ਖਾਸ ਲੈਕਚਰ ਹੈ ਕਿਉਂਕਿ ਅੱਜ ਮੈਂ ਤੁਹਾਨੂੰ ਇਸ ਲੈਕਚਰ ਵਿੱਚ ਦੱਸੂਗਾ ਆਰਥਿਕ ਨਿਯੋਜਨ ਕੀ ਹੈ, ਵਾਟ ਇਜ਼ ਇਕਨੋਮਿਕ ਪਲੈਨਿੰਗ। ਮੀਨਿੰਗ ਦੇ ਨਾਲ ਥੋੜਾ ਜਿਹਾ ਤੁਹਾਨੂੰ ਪਲੈਨਿੰਗ ਦਾ ਇਤਿਹਾਸ ਵੀ ਦੱਸੂਗਾ, ਹਿਸਟਰੀ ਵੀ ਦੱਸੂਗਾ, ਹਿਸਟੋਰੀਕਲ ਬੈਕਗ੍ਰਾਉਂਡ ਜਿਹਨੂੰ ਕਹਿੰਦੇ ਹਨ, ਔਰ ਕੋਸ਼ਿਸ਼ ਕਰੂੰਗਾ ਇਹ ਵੀ ਦੱਸਦਾ ਤੁਹਾਨੂੰ ਕਿ ਕਿੰਨੀਆਂ ਯੋਜਨਾਵਾਂ ਬਣੀਆਂ ਹੋਈਆਂ। ਪਰ ਮੇਨ ਫੋਕਸ ਕਰਾਂਗੇ आर्थिक नियोजन के अर्थ पे। व्हाट इज इकोनॉमिक प्लानिंग, मोस्ट इंपोर्टेंट क्वेश्चन है स्टूडेंट्स। तो स्टार्ट करते हैं लेसन इकोनॉमिक प्लानिंग इन इंडिया। इंट्रोडक्शन दे विच आपां की कह सकते हैं, जदों भारत आज़ाद होया, भारत ने अपना संविधान लागू करता 26 जनवरी 1950 ਨੂੰ। ਜਦੋਂ ਭਾਰਤ ਆਜ਼ਾਦ ਹੁੰਦਾ ਹੈ, ਭਾਰਤ ਇੱਕ ਪਿਛੜੀ ਹੋਈ ਅਰਥਵਿਵਸਥਾ ਸੀ। ਭਾਰਤ ਵਿੱਚ ਗਰੀਬੀ ਆਮ ਸੀ, ਬੇਰੁਜ਼ਗਾਰੀ ਬਹੁਤ ਸੀ, ਭਾਰਤ ਇੱਕ ਗਤੀਹੀਨ ਅਰਥਵਿਵਸਥਾ ਸੀ, ਭਾਰਤ ਇੱਕ ਖੰਡਿਤ ਅਰਥਵਿਵਸਥਾ ਸੀ, ਉਦਯੋਗਿਕ ਪਿਛੜਾਪਨ ਸੀ, ਖੇਤੀ ਪਿਛੜੀ ਹੋਈ ਸੀ। ਇਹਨਾਂ ਸਾਰੀ ਕੰਡੀਸ਼ਨ ਦੇ ਹੋਣ ਦੇ ਨਾਲ ਜਦੋਂ ਆਪਾਂ ਆਜ਼ਾਦ ਹੋਏ ਤਾਂ ਭਾਰਤ ਦਾ ਜਾਂ ਭਾਰਤੀ ਅਰਥਵਿਵਸਥਾ ਦਾ ਆਰਥਿਕ ਵਿਕਾਸ ਕਰਨਾ ਸੀ। ਉਸ ਦੇ ਲਈ ਕੋਈ ਨੀਤੀ ਨਿਰਮਾਣ ਕਰਨਾ ਸੀ। ਤਾਂ ਸੋਚਿਆ ਗਿਆ ਕਿ ਆਰਥਿਕ ਵਿਕਾਸ ਕਰਨ ਦੇ ਲਈ ਕਿਸ ਤਰ੍ਹਾਂ ਦੇ ਮਾਡਲ ਨੂੰ ਅਪਣਾਇਆ ਜਾਵੇ। ਆਪਣੇ ਕੋਲ ਇੱਕ ਆਪਸ਼ਨ ਸੀ, ਆਪਾਂ ਪੂੰਜੀਵਾਦੀ ਆਰਥਿਕ ਵਿਕਾਸ ਦੇ ਮਾਡਲ ਨੂੰ ਅਪਣਾਉਂਦੇ ਹਾਂ। ਪੂੰਜੀਵਾਦੀ ਮਤਲਬ ਕੈਪੀਟਲਿਜ਼ਮ। ਪੂੰਜੀਵਾਦ ਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਸਾਧਨ ਨਿੱਜੀ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਹੁੰਦੇ ਹਨ ਔਰ ਬਾਜ਼ਾਰ ਦੇ ਜਿਹੜੀ ਫੋਰਸਿਸ ਹੈ, ਡਿਮਾਂਡ ਐਂਡ ਸਪਲਾਈ, ਉਹ ਆਟੋਮੈਟਿਕਲੀ ਹਰ ਚੀਜ਼ ਦੀ ਕੀਮਤ ਡਿਟਰਮਾਈਨ ਕਰ ਦਿੰਦੇ ਹਨ। ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਦੂਸਰੀ ਆਪਸ਼ਨ ਆਪਣੇ ਕੋਲ ਕੀ ਸੀ ਕਿ ਆਪਾਂ ਸਮਾਜਵਾਦ ਦੇ ਮਾਡਲ ਨੂੰ ਅਪਣਾ ਸਕਦੇ ਹਾਂ। ਸਮਾਜਵਾਦ ਦੇ ਮਾਡਲ ਦੇ ਵਿੱਚ ਕੀ ਹੁੰਦਾ ਹੈ, ਸਾਰਾ ਕੁਝ ਸਰਕਾਰੀ ਹੱਥਾਂ ਦੇ ਵਿੱਚ ਹੁੰਦਾ ਹੈ, ਸਰਕਾਰੀ ਸਾਰੇ ਤਰ੍ਹਾਂ ਦੇ ਡਿਸੀਜਨ ਲੈਂਦੀ ਹੈ। ਤਾਂ ਉਸ ਸਮੇਂ ਦੇ ਜਿਹੜੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜੋ ਬਣੇ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਨਾ ਪੂੰਜੀਵਾਦ ਨੂੰ ਅਪਣਾਇਆ ਨਾ ਸਮਾਜਵਾਦ ਨੂੰ, ਬਲਕਿ ਦੋਨਾਂ ਦੇ ਵਿਚਾਲੇ ਦਾ ਇੱਕ ਰਸਤਾ ਅਪਣਾਇਆ ਜਿਹਨੂੰ ਕਿਹਾ ਗਿਆ ਮਿਕਸਡ ਇਕੋਨਮੀ ਮਾਡਲ। ਮਿਕਸਡ ਇਕੋਨਮੀ ਮਾਡਲ ਦੇ ਵਿੱਚ ਪਬਲਿਕ ਔਰ ਪ੍ਰਾਈਵੇਟ ਸੈਕਟਰ ਦੋਨੋਂ ਇਕੱਠੇ ਕੰਮ ਕਰਦੇ ਹਨ। ਤਾਂ ਪਬਲਿਕ ਔਰ ਪ੍ਰਾਈਵੇਟ ਦੋਨੋਂ ਸੈਕਟਰਾਂ ਨੂੰ ਮਿਲਾ ਕੇ ਇੱਕ ਮਿਸ਼ਰਿਤ ਅਰਥਵਿਵਸਥਾ ਦਾ ਮਾਡਲ ਤਿਆਰ ਕੀਤਾ ਔਰ ਉਸ ਤੋਂ ਬਾਅਦ ਆਰਥਿਕ ਨਿਯੋਜਨ ਦਾ ਕੰਮ ਸ਼ੁਰੂ ਹੋਇਆ। ਤਾਂ ਇਸ ਸਟੂਡੈਂਟਸ ਥੋੜਾ ਜਿਹਾ ਇਹਦਾ ਤੁਹਾਨੂੰ ਜੋੜਿਆ ਗਿਆ ਟੌਪਿਕ ਦੇ ਨਾਲ ਔਰ ਇਸ ਦੀ ਜਾਣ ਪਹਿਚਾਣ ਕਹਿ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਅਰਥ ਦੀ। ਤਾਂ ਅਰਥ ਦੇ ਵਿੱਚ ਮੈਂ ਗੱਲ ਕਰੂੰਗਾ ਤੁਹਾਨੂੰ ਆਰਥਿਕ ਨਿਯੋਜਨ ਕੀ ਹੈ। ਤੁਹਾਡੇ ਲਈ ਮੈਂ ਇੱਕ ਅਰਥ ਇੱਥੇ ਲਿਖਿਆ ਹੈ, ਮੈਂ ਪਹਿਲਾਂ ਉਹਨੂੰ ਡਿਸਕਸ ਕਰ ਦੇਣਾ ਤਾਂ ਕਿ ਤੁਹਾਨੂੰ ਇਹ ਈਜ਼ੀ ਲੱਗੇ। ਆਰਥਿਕ ਨਿਯੋਜਨ ਕੀ ਹੁੰਦਾ ਹੈ ਪੰਜਾਬੀ ਦੇ ਵਿੱਚ ਪਹਿਲਾਂ ਡਿਸਕਸ ਕਰ ਰਿਹਾ ਮੈਂ। ਜਦੋਂ ਇੱਕ ਕੇਂਦਰੀ ਯੋਜਨਾ ਅਧਿਕਾਰੀ, ਇੱਥੋਂ ਤੱਕ ਇੱਕ ਗੱਲ ਹੈ, ਜਦੋਂ ਇੱਕ ਕੇਂਦਰੀ ਯੋਜਨਾ ਅਧਿਕਾਰੀ, ਤੁਸੀਂ ਨਾਲ ਨਾਲ ਕਾਪੀ ਪੈਨ ਲੈ ਕੇ ਲਿਖ ਸਕਦੇ ਹੋ, ਇੱਕ ਨਿਸ਼ਚਿਤ ਸਮੇਂ ਵਿੱਚ ਫਸਟ ਫੇਜ਼ ਹੈ ਜਦੋਂ ਇੱਕ ਕੇਂਦਰੀ ਯੋਜਨਾ ਅਧਿਕਾਰੀ ਨਿਸ਼ਚਿਤ ਸਮੇਂ ਵਿੱਚ ਦੇਸ਼ ਦੇ ਸਾਧਨਾਂ ਨੂੰ ਧਿਆਨ ਵਿੱਚ ਰੱਖ ਕੇ ਆਰਥਿਕ ਤੱਤਾਂ ਨੂੰ ਇਸ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕੁਝ ਪੂਰਵ ਨਿਰਧਾਰਿਤ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਨੂੰ ਕਿਹਾ ਜਾਂਦਾ ਆਰਥਿਕ ਨਿਯੋਜਨ। ਇੱਕ ਵਾਰੀ ਫੇਰ ਸਮਝੋ,
ਜਦੋਂ ਇੱਕ ਕੇਂਦਰੀ ਯੋਜਨਾ ਅਧਿਕਾਰੀ ਇੱਕ ਨਿਸ਼ਚਿਤ ਸਮੇਂ ਵਿੱਚ ਦੇਸ਼ ਦੇ ਸਾਧਨਾਂ ਨੂੰ ਧਿਆਨ ਵਿੱਚ ਰੱਖ ਕੇ ਆਰਥਿਕ ਤੱਤਾਂ ਨੂੰ ਇਸ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕੁਝ ਪੂਰਵ ਨਿਰਧਾਰਿਤ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕੇ, ਉਸ ਨੂੰ ਆਰਥਿਕ ਨਿਯੋਜਨ ਕਿਹਾ ਜਾਂਦਾ ਹੈ। When a planning authority try to achieve predetermined objective in a given period of time with the available resources of the country, it's called economic planning. ਇੱਕ ਕੇਂਦਰੀ ਯੋਜਨਾ ਅਧਿਕਾਰੀ ਹੁੰਦਾ ਹੈ, ਵੈਰੀ ਫਸਟ, ਨਿਸ਼ਚਿਤ ਸਮੇਂ ਹੁੰਦਾ ਹੈ, ਦੇਸ਼ ਵਿੱਚ ਉਪਲਬਧ ਸਾਧਨਾਂ ਨੂੰ ਧਿਆਨ ਰੱਖਦਾ ਹੈ, ਪਹਿਲਾਂ ਤੋਂ ਨਿਰਧਾਰਿਤ ਉਦੇਸ਼ਾਂ ਨੂੰ ਪੂਰਾ ਕਰਨ ਦਾ ਯਤਨ ਕਰਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਆਰਥਿਕ ਨਿਯੋਜਨ। ਇੱਕ ਵਾਰੀ ਫੇਰ ਦੇਖੋ, ਚਾਰ ਐਲੀਮੈਂਟ ਮਿਕਸ ਕਰ ਦਿਓ। ਜਦੋਂ ਇੱਕ ਕੇਂਦਰੀ ਯੋਜਨਾ ਅਧਿਕਾਰੀ ਨਿਸ਼ਚਿਤ ਸਮੇਂ ਵਿੱਚ ਦੇਸ਼ ਵਿੱਚ ਉਪਲਬਧ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਸ਼ਚਿਤ ਉਦੇਸ਼ਾਂ ਨੂੰ ਜੋ ਪਹਿਲਾਂ ਤੋਂ ਨਿਰਧਾਰਿਤ ਹੁੰਦੇ ਪੂਰਾ ਕਰਨ ਦਾ ਯਤਨ ਕਰਦਾ ਹੈ, ਉਸ ਨੂੰ ਆਰਥਿਕ ਨਿਯੋਜਨ ਕਿਹਾ ਜਾਂਦਾ ਹੈ। ਜਨਰਲ ਸਿੰਪਲ ਆਪਾਂ ਕੀ ਕਹਿ ਸਕਦੇ, ਜਦੋਂ ਇੱਕ ਕੇਂਦਰੀ ਯੋਜਨਾ ਅਧਿਕਾਰੀ ਨਿਸ਼ਚਿਤ ਸਮੇਂ ਵਿੱਚ ਦੇਸ਼ ਵਿੱਚ ਉਪਲਬਧ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਸ਼ਚਿਤ ਉਦੇਸ਼ਾਂ ਨੂੰ ਪੂਰਾ ਕਰਨ ਦਾ ਯਤਨ ਕਰਦਾ ਹੈ, ਉਸ ਨੂੰ ਆਰਥਿਕ ਨਿਯੋਜਨ ਕਿਹਾ ਜਾਂਦਾ ਹੈ। When a planning authority try to achieve predetermined objective with given resources of the country in a given period of time, it's called economic planning. तो ये स्टूडेंट्स आर्थिक नियोजन ਦਾ ਅਰਥ। ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ, ਨਹੀਂ ਤਾਂ ਤੁਸੀਂ ਇੱਥੋਂ ਇਹਨੂੰ ਨੋਟ ਕਰ ਸਕਦੇ ਹੋ। ਹੁਣ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਆਰਥਿਕ ਨਿਯੋਜਨ ਦੇ ਅਰਥ ਦੀ ਹੀ ਗੱਲ ਆਪਾਂ ਕਰਨੀ ਸੀ। ਭਾਰਤ ਵਿੱਚ ਜੋ ਮਾਡਲ ਅਪਣਾਇਆ ਉਹ 5 ਈਅਰ ਪਲਾਨਸ ਦਾ ਮਾਡਲ ਅਪਣਾਇਆ। 5 ਈਅਰ ਪਲਾਨਸ, 5 ਸਾਲ। ਥੋੜਾ ਜਿਹਾ ਬਰੀਫ ਹਿਸਟਰੀ ਬਾਰੇ ਗੱਲ ਕਰਦੇ ਹਾਂ ਪਲਾਨ ਦੀ, ਤਾਂ ਕਿ ਨੌਲੇਜ ਤੁਹਾਨੂੰ ਵੱਧ ਜਾਏ। ਤਾਂ ਸਟੂਡੈਂਟਸ ਸਭ ਤੋਂ ਪਹਿਲਾਂ ਮੈਨੂੰ ਇੱਕ ਟਾਈਟਲ ਦਿੱਤਾ ਹੈ ਭਾਰਤ ਵਿੱਚ ਯੋਜਨਾਵਾਂ ਦਾ ਆਰੰਭ ਅਤੇ ਵਿਕਾਸ, ਤਾਂ ਕਿ ਹਰ ਬੱਚੇ ਨੂੰ ਬਹੁਤ ਅੱਛਾ ਬੈਨੀਫਿਟ ਹੋ ਜਾਏ। ਭਾਰਤ ਵਿੱਚ ਸਭ ਤੋਂ ਪਹਿਲਾਂ ਆਰਥਿਕ ਨਿਯੋਜਨ ਬਾਰੇ ਜਦੋਂ ਗੱਲ ਕੀਤੀ ਗਈ, ਐਮ ਵਿਸ਼ਵਸਰਯਾ ਨੇ 1934 ਵਿੱਚ ਇੱਕ ਪੁਸਤਕ ਲਿਖੀ, ਪਲੈਨਡ ਇਕੋਨਮੀ ਫॉर ਇੰਡੀਆ। ਪਲੈਨਡ ਇਕੋਨਮੀ ਫॉर ਇੰਡੀਆ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ 26 ਜਨਵਰੀ 1930 ਨੂੰ ਭਾਰਤ ਨੇ ਆਪਣੀ ਆਜ਼ਾਦੀ ਦੀ ਮੰਗ ਕਰ ਲਈ ਸੀ ਅੰਗਰੇਜ਼ਾਂ ਤੋਂ, ਔਰ ਉਹ ਹਾਲਾਤ ਬਣ ਗਏ ਸੀ ਕਿ ਭਾਰਤ ਨੂੰ ਆਜ਼ਾਦ ਕੀਤਾ ਜਾਏਗਾ। ਤਾਂ ਉਸ ਦੌਰ ਦੇ ਵਿੱਚ ਐਮ ਵਿਸ਼ਵਸਰਯਾ ਨੇ 1934 ਵਿੱਚ ਇੱਕ ਪੁਸਤਕ ਲਿਖੀ, ਪਲੈਨਡ ਇਕੋਨਮੀ ਫॉर ਇੰਡੀਆ, ਔਰ ਇਸ ਨੇ ਸੁਜੈਸ਼ਨ ਦਿੱਤੀ ਕਿ ਭਾਰਤ ਦੇ ਆਰਥਿਕ ਵਿਕਾਸ ਦੇ ਲਈ 10 ਸਾਲਾਂ ਦੀ ਇੱਕ ਆਰਥਿਕ ਯੋਜਨਾ ਤਿਆਰ ਕੀਤੀ ਜਾਵੇ। ਇਹਨੇ ਟਾਈਮ ਪੀਰੀਅਡ 10 ਇਅਰਸ ਮੰਨਿਆ ਸੀ, ਪਰ ਉਸ ਟਾਈਮ ਜਿਹੜੀ ਸਰਕਾਰ ਸੀ ਬ੍ਰਿਟਿਸ਼ਰਸ ਦੀ ਸੀ, ਉਹਨੇ ਇਸ ਦੇ ਸੁਝਾਅ ਨੂੰ ਨੈਗਲੈਕਟ ਕਰਤਾ, ਮਤਲਬ ਮਾਨਤਾ ਨਹੀਂ ਦਿੱਤੀ, ਤਾਂ ਇਹ ਕੰਮ ਦਬ ਕੇ ਰਹਿ ਗਿਆ। ਉਸ ਤੋਂ ਬਾਅਦ ਪਰ ਇਸ ਦਾ ਇੱਕ ਫਾਇਦਾ ਹੋਇਆ ਕਿ ਉਸ ਸਮੇਂ ਜਿਹੜੀ ਸਰਕਾਰ ਸੀ ਉਸਨੇ ਇੱਕ ਅਧੀਨੀਅਮ ਪਾਸ ਕੀਤਾ 1935 ਦੇ ਵਿੱਚ, ਔਰ ਉਸ ਅਧੀਨੀਅਮ ਦੇ ਵਿੱਚ ਇਹ ਵਿਵਸਥਾ ਕੀਤੀ ਕਿ ਜਿਹੜੇ ਰਾਜ ਹੈ ਉਹ ਆਪਣੇ ਆਰਥਿਕ ਵਿਕਾਸ ਦੇ ਲਈ ਯੋਜਨਾਵਾਂ ਤਿਆਰ ਕਰ ਸਕਦੇ ਹਨ। ਉਸੇ ਕੜੀ ਦੇ ਵਿੱਚ ਕੀ ਹੋਇਆ, ਸਭ ਤੋਂ ਪਹਿਲਾਂ ਕਾਂਗਰਸ ਪਲਾਨ ਤਿਆਰ ਹੋਈ 1938 ਚ, ਔਰ ਕਾਂਗਰਸ ਪਲਾਨ ਦਾ ਜਿਹੜੇ ਉਸ ਟਾਈਮ ਵੀ ਅਧਿਅਕਸ਼ ਬਣਾਏ ਗਏ, ਉਹ ਬਣਾਏ ਗਏ ਪੰਡਿਤ ਜਵਾਹਰ ਲਾਲ ਨਹਿਰੂ, ਯਾਨੀ ਕਿ ਜੋ ਪ੍ਰਧਾਨ ਬਣੇ ਕਾਂਗਰਸ ਪਲਾਨ ਦਾ ਜਿਹੜਾ ਮਾਡਲ ਤਿਆਰ ਕਰਨਾ ਸੀ, ਉਸ ਦੇ ਅਧਿਅਕਸ਼ ਬਣੇ ਪੰਡਿਤ ਜਵਾਹਰ ਲਾਲ ਨਹਿਰੂ। ਇਹਨਾਂ ਨੇ ਇੱਕ ਕਾਂਗਰਸ ਪਲਾਨ ਤਿਆਰ ਕੀਤੀ 1938 ਦੇ ਵਿੱਚ, ਔਰ ਉਸ ਸਮੇਂ ਜੋ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ ਉਹ ਸੀ ਨੇਤਾ ਸੁਭਾਸ਼ ਚੰਦਰ ਬੋਸ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਸ ਪਲਾਨ ਦਾ ਅਧਿਅਕਸ਼ ਬਣਾਇਆ ਗਿਆ, ਪਰ ਕਿਉਂਕਿ ਭਾਰਤ ਆਜ਼ਾਦ ਨਹੀਂ ਸੀ, ਪ੍ਰੋਪਰ ਕੋਈ ਗਾਈਡਲਾਈਨਸ ਨਹੀਂ ਸੀ ਗਿਆ, ਤਾਂ ਇਹ ਵੀ ਥੋੜੇ ਦਿਨਾਂ ਬਾਅਦ ਕੰਮ ਨਹੀਂ ਕਰ ਰਿਹਾ ਸੀ ਸਹੀ ਤਰੀਕੇ ਨਾਲ। ਫਿਰ ਇੱਕ ਇਕਨੋਮਿਸਟ, ਜਿਹੜੇ ਬੈਸਟ ਇਕਨੋਮਿਸਟ ਸੀਗੇ ਇੰਡੀਆ ਦੇ, ਉਹਨਾਂ ਦੀ ਕਮੇਟੀ ਬਣਾਈ ਗਈ 1941 ਦੇ ਵਿੱਚ। ਉਹਦੇ ਜਿਹੜੇ ਪ੍ਰਧਾਨ ਸੀ ਉਹ ਸੀ ਮੁਦਾਲੀਅਰ ਕਮੇਟੀ ਪਲਾਨ, ਮੁਦਾਲੀਅਰ ਕਮੇਟੀ ਉਸ ਇਕਨੋਮਿਸਟ ਦੇ ਨਾਂ ਤੋਂ ਹੀ ਬਣੀ। ਇਹਨੇ ਵੀ ਭਾਰਤ ਦੇ ਲਈ ਇੱਕ ਮਾਡਲ ਤਿਆਰ ਕੀਤਾ, ਪਲੈਨਿੰਗ ਤਿਆਰ ਕੀਤੀ ਭਾਰਤ ਦੇ ਆਰਥਿਕ ਵਿਕਾਸ ਦੇ ਲਈ, ਲੇਕਿਨ ਇਸ ਨੇ ਵੀ ਸਹੀ ਤਰੀਕੇ ਨਾਲ
ਆਪਣੀ ਉਸ ਤਰੀਕੇ ਦਾ ਇਹ ਮਾਡਲ ਨਹੀਂ ਬਣ ਪਾਇਆ ਕਿ ਜਿਸ ਨੂੰ ਸਾਰੇ ਭਾਰਤ ਵਿੱਚ ਲਾਗੂ ਕੀਤਾ ਜਾ ਸਕੇ। ਪਰ ਇਸ ਦੇ ਵਿੱਚ ਜੋ ਪ੍ਰੋਬਲਮ ਕੀ ਸੀ, ਉਹ ਸੀ ਆਪਣੀ ਸਰਕਾਰ ਹੀ ਨਹੀਂ ਸੀ। ਉਸ ਤੋਂ ਬਾਅਦ ਜੋ ਕੁਝ ਬੇਸਿਕਸ ਜਿਹੜੇ ਬਣੇ, ਉਹ ਕੀ ਬਣੇ? ਭਾਰਤ ਸਰਕਾਰ ਨੇ 1944 ਦੇ ਵਿੱਚ ਇੱਕ ਨਿਯੋਜਨ ਅਤੇ ਵਿਕਾਸ ਵਿਭਾਗ ਦਾ ਗਠਨ ਕੀਤਾ। ਨਿਯੋਜਨ ਅਤੇ ਵਿਕਾਸ ਵਿਭਾਗ। ਇਸ ਨਿਯੋਜਨ ਅਤੇ ਵਿਕਾਸ ਵਿਭਾਗ ਨੇ 3 ਤਰ੍ਹਾਂ ਦੀ ਪਲਾਨ ਤਿਆਰ ਕੀਤੀ। ਇੱਕ ਗਾਂਧੀਅਨ ਪਲਾਨ, ਇੱਕ ਬੰਬਈ ਯੋਜਨਾ ਔਰ ਇੱਕ ਲੋਕ ਯੋਜਨਾ। ਫਿਰ ਦੇਖੋ 1944 ਦੇ ਵਿੱਚ 1944 ਵਿੱਚ ਭਾਰਤ ਸਰਕਾਰ ਨੇ ਇੱਕ ਨਿਯੋਜਨ ਅਤੇ ਵਿਕਾਸ ਵਿਭਾਗ ਦਾ ਨਿਰਮਾਣ ਕੀਤਾ। ਇਸ ਨੇ 3 ਯੋਜਨਾਵਾਂ ਤਿਆਰ ਕੀਤੀਆਂ ਇਸ ਵਿਭਾਗ ਨੇ, ਗਾਂਧੀਅਨ ਪਲਾਨ, ਬੰਬਈ ਯੋਜਨਾ ਔਰ ਲੋਕ ਯੋਜਨਾ। ਇਹ ਵੀ ਟਾਈਮ ਪਾ ਕੇ ਉਸ ਤਰੀਕੇ ਨਾਲ ਪ੍ਰੋਪਰ ਪਲਾਨ ਨਹੀਂ ਬਣ ਪਾਈ। ਇੱਕ ਕੋਸ਼ਿਸ਼ ਕੀਤੀ ਗਈ ਜੈ ਪ੍ਰਕਾਸ਼ ਨਾਰਾਇਣ ਦੁਆਰਾ ਸਰਵੋਦय ਯੋਜਨਾ, ਸਰਵੋਦय ਪਲਾਨ ਜਿਸ ਨੂੰ ਕਿਹਾ ਜਾਂਦਾ ਹੈ। ਇਹ ਵੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ। ਇਹ ਸੀ ਆਜ਼ਾਦੀ ਤੋਂ ਪਹਿਲਾਂ ਦਾ ਸਾਰਾ ਇਤਿਹਾਸ। ਆਜ਼ਾਦੀ ਤੋਂ ਪਹਿਲਾਂ ਐਮ ਵਿਸ਼ਵੇਸਵਰಯ್या ਨੇ 1934 ਵਿੱਚ ਇੱਕ ਪੁਸਤਕ ਲਿਖੀ, ਪਲੈਨਡ ਇਕੋਨਮੀ ਫਾਰ ਇੰਡੀਆ। ਉਸ ਵਿੱਚ ਕਿਹਾ ਕਿ ਭਾਰਤ ਨੂੰ ਆਰਥਿਕ ਵਿਕਾਸ ਜੇਕਰ ਕਰਨਾ ਹੈ ਤਾਂ 10-10 ਸਾਲਾਂ ਦੀ ਯੋਜਨਾਵਾਂ ਬਣਾਉਣੀ ਪੈਣਗੀਆਂ। ਪਰ ਇਹ ਸਰਕਾਰ ਨੇ ਐਕਸੈਪਟ ਨਹੀਂ ਕੀਤਾ ਆਈਡੀਆ। ਫਿਰ ਸਰਕਾਰ ਨੇ ਇੱਕ ਅਧਿਨਿਯਮ ਪਾਸ ਕੀਤਾ 1935 ਵਿੱਚ ਕਿ ਭਾਰਤ ਸਰਕਾਰ ਨੇ ਇੱਕ ਅਧਿਨਿਯਮ ਕੀਤਾ ਕਿ ਰਾਜਾਂ ਦਾ ਵਿਕਾਸ ਪਲਾਨ ਦੁਆਰਾ ਕੀਤਾ ਜਾ ਸਕਦਾ ਹੈ। ਫਿਰ ਕਾਂਗਰਸ ਪਲਾਨ ਤਿਆਰ ਹੋਈ 1938 ਚ। ਇਸ ਦੇ ਪ੍ਰਧਾਨ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ। ਮੁਦਾਲੀਅਰ ਕਮੇਟੀ ਪਲਾਨ ਬਣੀ 1941 ਦੇ ਵਿੱਚ। ਔਰ ਭਾਰਤ ਦੇ ਵਿੱਚ ਇੱਕ ਭਾਰਤ ਸਰਕਾਰ ਨੇ ਨਿਯੋਜਨ ਅਤੇ ਵਿਕਾਸ ਵਿਭਾਗ ਬਣਾਇਆ। ਉਸ ਸਮੇਂ ਉਸਨੇ 3 ਪਲਾਨ ਤਿਆਰ ਕੀਤੇ, ਗਾਂਧੀਅਨ ਪਲਾਨ, ਮੁੰਬਈ ਪਲਾਨ ਔਰ ਲੋਕ ਯੋਜਨਾ। ਔਰ ਇੱਕ ਕੋਸ਼ਿਸ਼ ਕੀਤੀ ਗਈ ਨਿੱਜੀ ਤੌਰ ਤੇ ਜੈ ਪ੍ਰਕਾਸ਼ ਨਾਰਾਇਣ ਦੁਆਰਾ ਸਰਵੋਦय ਪਲਾਨ ਨੂੰ ਲਾਗੂ ਕਰਵਾਉਣਾ ਚਾਹੁੰਦੇ ਸੀ। ਇਸ ਵਿੱਚ ਪਿੰਡਾਂ ਦੇ ਵਿਕਾਸ ਤੇ ਜ਼ੋਰ ਦਿੱਤਾ ਗਿਆ ਸੀ। ਇਹ ਮਹਾਤਮਾ ਗਾਂਧੀ ਦੇ ਵਿਚਾਰਾਂ ਤੇ ਆਧਾਰਿਤ ਸੀਗੀ। ਇਹ ਤਾਂ ਸੀ ਆਜ਼ਾਦੀ ਤੋਂ ਪਹਿਲਾਂ। ਜਦੋਂ ਭਾਰਤ ਆਜ਼ਾਦ ਹੋ ਗਿਆ, ਭਾਰਤ ਦੇ ਵਿੱਚ ਸੰਵਿਧਾਨ ਲਾਗੂ ਹੋ ਗਿਆ 26 ਜਨਵਰੀ 1950 ਨੂੰ। तो प्लानिंग कमीशन बनाया गया। तो मार्च 15 1950 ਵਿੱਚ योजना कमीशन ਦਾ गठन किया गया। मार्च 15 1950 ਵਿੱਚ योजना कमीशन ਦਾ गठन किया गया। इंपोर्टेंट क्वेश्चन है, 1 मार्क्स का क्वेश्चन पूछा जा सकता है कि ਭਾਰਤ ਵਿੱਚ योजना कमीशन ਦਾ गठन कदों होया? 15 मार्च 1950 ਨੂੰ। योजना कमीशन या योजना आयोग ਦਾ ਅਧਿਅਕਸ਼ ਹੁੰਦਾ ਹੈ ਪ੍ਰਧਾਨ ਮੰਤਰੀ। ਉਸ ਸਮੇਂ ਜਿਹੜੇ ਤਤਕਾਲੀਨ ਪ੍ਰਧਾਨ ਮੰਤਰੀ ਸੀ ਉਹ ਸੀ ਪੰਡਿਤ ਜਵਾਹਰ ਲਾਲ ਨਹਿਰੂ। तो पंडित जवाहर लाल नेहरू ਨੂੰ योजना कमीशन ਦਾ ਪ੍ਰਧਾਨ ਬਣਾਇਆ ਗਿਆ। ਉਸ ਤੋਂ ਬਾਅਦ योजना कमीशन या योजना आयोग ਜਦੋਂ ਤੱਕ ਬੰਦਾ ਰਿਹਾ, ਉਹਦਾ ਜਿਹੜਾ ਪ੍ਰਧਾਨ ਹੈ ਹਮੇਸ਼ਾ ਕੌਣ ਬੰਦਾ ਸੀ? ਪ੍ਰਧਾਨ ਮੰਤਰੀ। तो इस योजना कमीशन ने पहली 5 साला योजना ਦਾ ਇੱਕ ਖਰੜਾ ਤਿਆਰ ਕੀਤਾ जुलाई 1951 ਦੇ ਵਿੱਚ। तो फर्स्ट 5 ईयर प्लान बन गई। स्टूडेंट्स, योजना आयोग ने 12 5 साला योजनावां बनाईयां, 12 ते 6 1 साला योजनावां बनाईयां। केड़ियां केड़ियां बनियां तानू दस देना, डिस्कस कर देना। देखो, फर्स्ट 5 ईयर प्लान बनी 1 अप्रैल 1951 टू 31 मार्च 1956। ये पहली 5 साला योजना सी। दूसरी 5 साला योजना का कार्यकाल की रहा 1956 टू 1961। तीसरी 5 साला योजना का कार्यकाल की रहा 1961 टू 1966। फिर भारत विच 3 1 साला योजना बनिया, 3 1 ईयर प्लान बनिया इत्थे 1966 टू 1969। उस तो बाद 4th 5 ईयर प्लान बनी 1969 टू 1974। उस तो बाद 5th 5 ईयर प्लान बनी 1974 टू
1979 ਤੱਕ ਚੱਲੀ ਸੀ, ਇਹ 98 ਵਿੱਚ ਹੀ ਖਤਮ ਕਰਤੀ ਸੀ ਕੁਝ ਕਾਰਨਾਂ ਕਰਕੇ, ਪਰ ਇਹ 5th 5 ਈਅਰ ਪਲਾਨ ਸੀ। 6th 5 ਈਅਰ ਪਲਾਨ ਸਟੂਡੈਂਟਸ ਬਣੀ 1980 ਤੋਂ 1985 ਤੱਕ। 7th 5 ਈਅਰ ਪਲਾਨ ਬਣੀ 1985 ਤੋਂ 1990 ਤੱਕ। ਉਸ ਤੋਂ ਬਾਅਦ ਫਿਰ 2 ਸਾਲ ਪਲਾਨ ਨਹੀਂ ਬਣ ਪਾਈਆਂ। 8th 5 ਈਅਰ ਪਲਾਨ ਬਣੀ 1992 ਤੋਂ 1997 ਤੱਕ। 9th 5 ਈਅਰ ਪਲਾਨ ਬਣੀ 1997 ਤੋਂ 2002 ਤੱਕ। 10th 5 ਈਅਰ ਪਲਾਨ ਬਣੀ 2002 ਤੋਂ 2007 ਤੱਕ। 11th 5 ਈਅਰ ਪਲਾਨ ਬਣੀ 2007 ਤੋਂ 2012 ਤੱਕ। ਔਰ 12th 5 ਈਅਰ ਪਲਾਨ ਬਣੀ 2012 ਤੋਂ 2017 ਤੱਕ। तो इस तरह नाल भारत ने 12 5 साला योजनावां पूरियां कीतियां। एक बार फिर गिना देना 1951 तो 1956 फर्स्ट, सैकेंड 1956 तो 1961, उस तो बाद 1961 तो 1966, फिर 3 1 साला योजनावां बनन गया 66 तो 69 तक। उस तो बाद 69 to 74, उस तो बाद 74 तो 79, उस तो बाद 80 to 85, उस तो बाद 85 to 90, फिर 2 1 1 साला योजना बनन गया 92 to 97, 97 to 2002, 2002 to 2007, 2007 to 2012 और लास्ट बनी 2012 तो लेके 2017 तक। 12 5 साला योजना बनिया। ये कार्यकाल याद करो, बहुत इंपोर्टेंट होंगे। जदों नरेंद्र मोदी जी की सरकार बनी 2014 च, उन्होंने कुछ चेंज कीतियां। तो जो अपना पहला योजना आयोग चल रहा सीगा, उन्होंने उन्होंने रिप्लेस करता नीति आयोग नाल। योजना आयोग नू खत्म करता। योजना आयोग नू खत्म करके नरेंद्र मोदी दी सरकार ने 2014 च जदों बनदी है सरकार, उन्होंने बनाता नीति आयोग। तो स्टूडेंट्स नीति आयोग बनाया 1 जनवरी 2015। नीति आयोग दे विच नीति दी जो फुल फॉर्म है नैशनल इंस्टीट्यूशन फॉर ट्रांसफॉर्मिंग इंडिया। तो आप इस बारे एक अलग तो लैक्चर लैके आवांगे। नीति आयोग की है, नीति आयोग के उद्देश्य, नीति आयोग और योजना आयोग विच अंतर अपने सिलेबस दे विच नवे ऐड हुए हैं। तो ये आप सैपरेट एक टॉपिक बनावांगे। तो स्टूडेंट्स ये था आर्थिक नियोजन का अर्थ। लास्ट विच आर्थिक नियोजन का जो अर्थ है एक बार फिर मैं तुहाडे नाल शेयर करदा, डिस्कस करदा, जो इस ते आपां टॉपिक बनाया है आर्थिक नियोजन। जदों एक केंद्रीय योजना अधिकारी एक निश्चित समय विच देश विच उपलब्ध साधनां नूं ध्यान विच रखते हुए पहलां तो निर्धारित निश्चित उद्देश्यां नूं पूरा करन दा यतन करदा है, उस नूं कहा जांदा है आर्थिक नियोजन। When a planning authority try to achieve predetermined objective with available resources of the country in a given period of time, it's called economic planning। और तुसी इत्थे मैं लिखा है पंजाबी च इहदा मीनिंग तुसी इत्थों उतार लोगे, नोट्स बना लोगे। तो स्टूडेंट्स ये सी आज दा लैक्चर आर्थिक नियोजन दा अर्थ। जो नैक्सट वीडियो आपां बनावांगे आर्थिक नियोजन दे उद्देश्य, ऑब्जेक्टिव्स ऑफ इकोनॉमिक प्लैनिंग। तो स्टूडेंट्स जेकर तुसी नवे हो या चैनल हजे तक सबसक्राइब नहीं किया क्लासिक इकोनॉमिक्स इन पंजाबी, तो चैनल को सबसक्राइब कर लो, बैल आइकन प्रेस कर लो ताकि सब तो पहला वीडियो की नोटिफिकेशन तुहानू मिले। कोशिश जारी रहेगी सारी इकोनॉमिक्स तुहानू इस चैनल के थ्रू तुहाडे सामने रखन दी, पढ़ाउण दी। वीडियो जो अच्छी लगती है लाइक जरूर करा करो स्टूडेंट्स, इस दे नाल मोटिवेशन मिलती है। अपने कुछ साथियों के विच, अपने कुछ स्टूडेंट्स के विच वीडियो ਨੂੰ शेयर जरूर करा करो। जो भी वीडियो वेखते हो शुरू तो लैके लास्ट तक देखा करो। वीडियो के किसी भी पोर्सन 'च कोई भी वधिया गल हो सकती है। एक कोशिश है साडे वालों और एक कोशिश जारी रहेगी। तो स्टूडेंट्स क्लासिक इकोनॉमिक्स इन पंजाबी नू मैक्सिमम सबसक्राइब, लाइक और शेयर करो। तो स्टूडेंट्स नैक्सट वीडियो नाल फिर मिलते हैं। थैंक्स स्टूडेंट्स, थैंक्स अ लॉट।